Good morning, students. I hope you all are well at your home. Today, I, Priyank Goyal, student of DAV College of Education, will teach you about global warming. Good morning, students. This is Priyank Goyal. ਅੱਜ ਆਪਾਂ ਇੱਕ ਟੌਪਿਕ ਦੇ ਬਾਰੇ ਪੜਾਂਗੇ ਜਿੰਦਾ ਨਾਮ ਹੈਗਾ ਗਲੋਬਲ ਵਾਰਮਿੰਗ। ਆਈ ਹੋਪ ਤੁਸੀਂ ਸਾਰਿਆਂ ਨੇ ਗਲੋਬਲ ਵਾਰਮਿੰਗ ਬਾਰੇ ਪੜ੍ਹਿਆ ਹੀ ਹੋਊਗਾ, ਬਟ ਅੱਜ ਆਪਾਂ ਥੋੜਾ ਜਿਹਾ ਇਹਨੂੰ ਡੀਪ ਸਮਝਾਂਗੇ ਗਲੋਬਲ ਵਾਰਮਿੰਗ ਕੀ ਹੁੰਦੀ ਹੈ ਤੇ ਕਿਵੇਂ ਹੁੰਦੀ ਹੈ। ਠੀਕ ਹੈ ਜੀ, ਸਟਾਰਟ ਕਰਦੇ ਹੈਗੇ ਆ। ਵੇਖੋ ਜੀ, ਆ ਹੈ ਗਲੋਬਲ ਵਾਰਮਿੰਗ, ਮਤਲਬ ਸੂਰਜ, ਤੁਸੀਂ ਵੇਖ ਰਹੇ ਹੋਗੇ ਵੀ ਸੂਰਜ ਦੀਆਂ ਕਿਰਨਾਂ ਸਿੱਧਾ ਧਰਤੀ ਉੱਪਰ ਪੈ ਰਹੀਆਂ ਹੈਗੀਆਂ, ਹੈ ਨਾ ਜੀ, ਜਿਹਦੇ ਕਰਕੇ ਧਰਤੀ 'ਤੇ ਗਰਮੀ ਵੱਧ ਰਹੀ ਹੈਗੀ ਹੈ। ਹੁਣ ਵੇਖੋ, ਆਹ ਸੂਰਜ ਹੈਗਾ, ਠੀਕ ਹੈ ਜੀ, ਇਹਦੀ ਧਰਤੀ 'ਤੇ ਆਹ ਪੈ ਰਹੀਆਂ ਕਿਰਨਾਂ। ਹੁਣ ਤੁਸੀਂ ਵੇਖ ਰਹੇ ਹੋਗੇ ਇੱਥੇ ਇੱਕ ਸ਼ੀਟ ਹੈਗੀ ਆ, ਵੇਖੋ ਨੀਲੇ ਜਿਹੇ ਕਲਰ ਦੀ, ਠੀਕ ਹੈ ਜੀ, ਇਹਨੂੰ ਕਹਿੰਦੇ ਆ ਓਜ਼ੋਨ ਲੇਅਰ। ਇਹ ਸੂਰਜ ਦੀ ਗਰਮ ਕਿਰਨਾਂ ਨੂੰ ਧਰਤੀ 'ਤੇ ਆਉਣ ਤੋਂ ਰੋਕਦੀਆਂ ਹੈਗੀਆਂ ਤਾਂ ਕਿ ਸੂਰਜ 'ਤੇ ਗਰਮੀ ਨਾ ਵਧੇ। ਪਰੰਤੂ ਸੂਰਜ ਧਰਤੀ 'ਤੇ ਗਰਮੀ ਤਾਂ ਵੱਧ ਰਹੀ ਹੈ ਕਿਉਂਕਿ ਅੱਜ ਕੱਲ੍ਹ ਜਿਹੜੀ ਇਹ ਲੇਅਰ ਹੈਗੀ ਹੈ ਇਹ ਵੀ ਫਟਦੀ ਜਾ ਰਹੀ ਹੈ, ਇਹਦਾ ਵੀ ਇੱਕ ਹੋਲ ਹੋ ਚੁੱਕਿਆ ਹੈ। ਕਿਉਂਕਿ ਹੁਣ ਜਿਵੇਂ ਆਪਾਂ ਰੈਫਰੀਜਰੇਟਰ ਯੂਜ਼ ਕਰਦੇ ਹੈਗੇ ਹਾਂ, ਠੀਕ ਹੈ, AC ਯੂਜ਼ ਕਰਦੇ ਹੈਗੇ ਹਾਂ, ਤੁਸੀਂ ਦੁਕਾਨਾਂ 'ਤੇ ਉਹ ਫਰਿੱਜ ਪਏ ਵੇਖੇ ਹੋਣਗੇ ਵੱਡੇ ਵੱਡੇ, ਉਹਦੇ ਕਰਕੇ ਇਹ ਜਿਹੜੀ ਓਜ਼ੋਨ ਲੇਅਰ ਹੈਗੀ ਹੈ ਇਹ ਫਟਦੀ ਜਾ ਰਹੀ ਹੈ, ਕੱਟਦੀ ਜਾ ਰਹੀ ਹੈਗੀ ਹੈ, ਠੀਕ ਹੈ ਜੀ, ਅਤੇ ਜਿਸ ਕਰਕੇ ਇਸ ਧਰਤੀ 'ਤੇ ਗਰਮੀ ਵੱਧ ਰਹੀ ਹੈਗੀ ਹੈ। ਨੈਕਸਟ ਆ ਜਾਓ। ਆਪਣੀ ਧਰਤੀ ਦੇ ਉੱਪਰ ਇਹ ਸਭ ਗੈਸਾਂ ਹੈਗੀਆਂ ਜਿਹੜੀਆਂ ਕਿ ਐਨਵਾਇਰਨਮੈਂਟ ਮਤਲਬ ਆਪਣੇ ਵਾਤਾਵਰਣ ਵਿੱਚ ਮਿਲ ਜਾਂਦੀਆਂ ਅਤੇ ਉਹਦੇ ਕਰਕੇ ਵੀ ਗਰਮੀ ਵੱਧ ਰਹੀ ਹੈ। ਜਿਵੇਂ ਕਿ CH4 ਮਤਲਬ ਮਿਥੇਨ ਐਂਡ ਕਾਰਬਨ ਐਟਮ ਸਰਾਊਂਡਡ ਬਾਏ 4 ਹਾਈਡਰੋਜਨ ਐਟਮਸ। ਮਿਥੇਨ ਨਾਮ ਦੀ ਗੈਸ ਹੈਗੀ ਹੈ ਜਿਹਦੇ ਵਿੱਚ 4 ਹਾਈਡਰੋਜਨ ਐਟਮਸ ਹੁੰਦੇ ਹੈਗੇ, ਜਿਸ ਕਰਕੇ ਗਰਮੀ ਵੱਧ ਰਹੀ ਹੈ। ਮਤਲਬ ਇਸ ਕਰਕੇ ਵੀ ਗਰਮੀ ਵੱਧ ਰਹੀ ਹੈ। ਆਪਾਂ ਐਂ ਨਹੀਂ ਕਹਾਂਗੇ ਸਿਰਫ CH4 ਕਰਕੇ ਗਰਮੀ ਵੱਧ ਰਹੀ ਹੈ, ਇਹ ਵੀ ਇੱਕ ਰੀਜ਼ਨ ਹੈਗਾ ਜਿਹਦੇ ਕਰਕੇ ਗਰਮੀ ਵੱਧ ਰਹੀ ਹੈ। ਅਗਲੀ ਗੈਸ ਹੈਗੀ ਜੀ CO2। ਹੋਪਸ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਏਗਾ, CO2 ਮਤਲਬ ਕਾਰਬਨ ਡਾਈਆਕਸਾਈਡ, ਠੀਕ ਹੈ ਜੀ। ਨੈਕਸਟ ਹੈਗਾ ਇਹ CF6 ਮਤਲਬ ਕਪਲਿੰਗ ਫੈਕਟਰ 6, ਠੀਕ ਹੈ ਜੀ। ਅੱਗੇ ਹੈਗਾ NO2। ਹੋਪਸ ਇਹ ਵੀ ਸਾਰਿਆਂ ਨੂੰ ਪਤਾ ਹੀ ਹੋਊਗਾ, NO2 ਮਤਲਬ ਨਾਈਟ੍ਰੋਜਨ ਡਾਈਆਕਸਾਈਡ, ਠੀਕ ਹੈ ਜੀ, ਨਾਈਟ੍ਰੋਜਨ ਡਾਈਆਕਸਾਈਡ। ਹੁਣ ਤੁਸੀਂ ਵੇਖ ਰਹੇ ਹੋਗੇ ਇੱਥੇ ਸਨਲਾਈਟ ਆ ਰਹੀ ਹੈਗੀ ਹੈ, ਸੂਰਜ ਦੀ ਕਿਰਨਾਂ ਨੀਚੇ ਆ ਰਹੀਆਂ ਹੈਗੀਆਂ, ਠੀਕ ਹੈ, ਅਤੇ ਇੱਥੇ ਟਕਰਾ ਕੇ ਮੰਨ ਲਓ ਇੱਥੇ ਕੋਈ ਸ਼ੀਸ਼ਾ ਹੈਗਾ, ਇੱਥੇ ਮੰਨ ਲਓ ਇੱਥੇ ਪੇੜ ਵਿਖਾਇਆ ਗਿਆ ਵੈਸੇ ਤਾਂ, ਪਰ ਮੰਨ ਲਓ ਇੱਥੇ ਕੋਈ ਸ਼ੀਸ਼ਾ ਹੈਗਾ, ਇੱਥੇ ਸ਼ੀਸ਼ੇ ਟਕਰਾ ਕੇ ਲਿਖਿਆ ਨਾ ਰਿਫਲੈਕਟਿਡ ਸਨਲਾਈਟ, ਇਹ ਉੱਪਰ ਨੂੰ ਜਾ ਰਹੀਆਂ। ਕਹਿਣ ਦਾ ਮਤਲਬ ਹੈਗਾ ਵੀ ਸੂਰਜ ਦੀਆਂ ਕਿਰਨਾਂ ਇੱਕ ਤਾਂ ਸਿੱਧਾ ਮਤਲਬ ਕਿਸੇ ਕਾਰ 'ਤੇ ਪਈਆਂ, ਉਹ ਕਾਰ ਵੀ ਗਰਮ ਹੋਏਗੀ, ਠੀਕ ਹੈ, ਕਾਰ ਦੇ ਸ਼ੀਸ਼ੇ ਦੇ ਟਕਰਾ ਕੇ ਕਿਸੇ ਹੋਰ 'ਤੇ ਪਈਆਂ, ਉਹ ਵੀ ਗਰਮ ਹੋਏਗਾ, ਠੀਕ ਹੈ ਨਾ ਜੀ। ਇਸ ਤਰ੍ਹਾਂ ਇਹ ਗਰਮੀ ਜ਼ਿਆਦਾ ਤੋਂ ਜ਼ਿਆਦਾ ਹੁਣ ਵੱਧ ਰਹੀ ਹੈ, ਅਸੀਂ ਆਪਾਂ ਕਹਿ ਸਕਦੇ ਹਾਂ। ਨੈਕਸਟ ਹੈਗਾ ਜੀ ਦੇ ਕੈਪਚਰ ਹੀਟ ਐਂਡ ਕੀਪ ਅਰਥ ਵਾਰਮ ਇਨਫ ਫॉर ਅਸ ਟੂ ਲਾਈਵ ਔਨ। ਇਹ ਗੈਸਾਂ ਕਹਿ ਸਕਦੇ ਆਪਾਂ ਵੀ ਹਾਂ ਗਰਮੀ ਘਟਾ ਵੀ ਰਹੀਆਂ, ਵਧਾ ਵੀ ਰਹੀਆਂ। ਇਹ ਸਾਰੀਆਂ ਗੈਸਾਂ ਜਿਹੜੀਆਂ ਹੈਗੀਆਂ ਇਹਨਾਂ ਕਰਕੇ ਜਿਹੜੀ ਧਰਤੀ ਹੈਗੀ ਆ ਉਹ ਇੱਕ ਜੀਵਨਯੋਗ ਪਲਾਨਟ ਹੈਗਾ, ਠੀਕ ਹੈ। ਪਲਾਨਟ ਹੈਗੇ ਨਾ, ਜਿਵੇਂ ਹੁਣ ਸ਼ਨੀ ਗ੍ਰਹਿ ਹੈਗਾ, ਇਹ ਗ੍ਰਹਿ ਹੈਗਾ ਸੱਚ, ਹਾਂ। ਧਰਤੀ ਜੀਵਨ ਜਿਉਣ ਯੋਗ ਗ੍ਰਹਿ ਹੈਗਾ ਇਹਨਾਂ ਗੈਸਿਸ ਕਰਕੇ ਹੀ, ਠੀਕ ਹੈ ਜੀ। ਜਿਵੇਂ ਤੁਸੀਂ ਵੇਖ ਰਹੇ ਹੋ ਵੀ ਬੱਚੇ ਖੇਲ ਰਹੇ ਹੈਗੇ ਆ, ਕਾਫੀ ਕੰਟਰੀਜ਼ 'ਚ ਐਵੇਂ ਹੈਗੇ ਵੀ ਹਾਂ, ਜਿਵੇਂ ਹੁਣ ਤੁਸੀਂ ਕਹਿੰਦੇ ਹੈਗੇ ਹੋ ਵੀ ਇੰਗਲੈਂਡ ਦੇ ਲੋਕ ਹੈਗੇ ਆ, ਬਾਹਰਲੇ ਕੈਨੇਡਾ ਆਸਟ੍ਰੇਲੀਆ ਦੇ ਲੋਕ ਹੈਗੇ, ਉਹ ਇਹਨੇ ਗੋਰੇ ਕਿਵੇਂ ਹੈਗੇ ਆ ਕਿਉਂਕਿ ਉੱਥੋਂ ਤੱਕ ਜਿਹੜੀ ਸੂਰਜ ਦੀ ਕਿਰਨਾਂ ਹੈਗੀਆਂ ਉਹ ਨਹੀਂ ਪਹੁੰਚਦੀਆਂ ਪੂਰੀਆਂ ਦੀ ਪੂਰੀਆਂ, ਉੱਥੇ ਠੰਡ ਹੀ ਬਹੁਤ ਹੁੰਦੀ ਹੈ, ਉੱਥੇ ਪੂਰੀ ਤਾਕਤ ਨਾਲ ਜਿਹੜੀਆਂ ਸੂਰਜ ਦੀ ਕਿਰਨਾਂ ਹੈਗੀਆਂ ਉਹ ਨਹੀਂ ਪਹੁੰਚਦੀਆਂ ਹੈਗੀਆਂ ਕਿਉਂਕਿ ਜਿਹੜੀ ਓਜ਼ੋਨ ਲੇਅਰ ਹੈਗੀ ਹੈ ਉਹ ਉਹਨੂੰ ਬਚਾ ਲੈਂਦੀ ਹੈ, ਸੂਰਜ ਦੀ ਕਿਰਨਾਂ ਨਹੀਂ ਆਉਣ ਦਿੰਦੀ। ਪਰ ਆਪਣੇ ਤੱਕ ਸੂਰਜ ਦੀ ਕਿਰਨਾਂ ਹੌਲੀ ਹੌਲੀ ਜਿਹੜੀ ਹੈਗੀ ਆ ਉਹ ਓਜ਼ੋਨ ਲੇਅਰ ਆਪਣੀ ਫਟ ਰਹੀ ਹੈਗੀ ਹੈ ਅਤੇ ਆਪਣੀ ਜਿਹੜੀ ਸੂਰਜ ਦੀ ਕਿਰਨਾਂ ਹੈਗੀਆਂ ਉਹ ਸਿੱਧਾ ਆਪਣੇ ਉੱਪਰ ਹੀ ਪੈ ਰਹੀਆਂ ਹੈਗੀਆਂ, ਠੀਕ ਹੈ ਜੀ। ਨੈਕਸਟ ਓਵਰਵਿਊ ਆਫ ਗ੍ਰੀਨ ਹਾਊਸ ਗੈਸ ਐਮਿਸ਼ਨ ਇਨ 2018 ਦੇ ਅਨੁਸਾਰ ਇਹ ਸਭ ਗੈਸਾਂ
ਮਤਲਬ ਕਿੰਨੇ ਪਰਸੈਂਟ ਕਿਹੜੀ ਗੈਸ ਹੈਗੀ ਹੈ ਜਿਹੜੀ ਆਪਣੀ ਧਰਤੀ ਤੇ ਪਾਈ ਜਾਂਦੀ ਹੈ, ਉਹ ਸਾਰੇ ਦਾ ਇਹ ਬਾਇਓਡਾਟਾ ਹੈਗਾ। ਕਾਰਬਨ ਡਾਈਆਕਸਾਈਡ 81% ਪਾਈ ਜਾਂਦੀ ਹੈ, ਠੀਕ ਹੈ। ਮੀਥੇਨ ਜੋ ਕਿ ਨਹੀਂ ਹੋਣੀ ਚਾਹੀਦੀ, ਇਹ 10% ਪਾਈ ਜਾਂਦੀ ਹੈ। ਨਾਈਟ੍ਰੋਜਨ ਆਕਸਾਈਡ 7% ਤੇ ਫਲੋਰੋਨੇਟਿਡ ਗੈਸੀ ਜਿਹੜੀ ਹੈਗੀ ਆ ਉਹ 3% ਪਾਈ ਜਾਂਦੀ ਹੈ, ਠੀਕ ਹੈ ਜੀ। ਇਹਦੇ ਬਾਰੇ ਤੁਸੀਂ ਇੰਟਰਨੈਟ 'ਤੇ ਜ਼ਿਆਦਾ ਤੋਂ ਵੱਧ ਸਰਚ ਵੀ ਕਰ ਸਕਦੇ ਹੈਗੇ ਹੋ ਤਾਂ ਕਿ ਇਹਨਾਂ ਬਾਰੇ ਤੁਹਾਨੂੰ ਹੋਰ ਪਤਾ ਚੱਲ ਸਕੇ, ਠੀਕ ਹੈ ਜੀ। ਵੇਖੋ ਜੀ, ਜੇ ਐਵੇਂ ਹੁੰਦਾ ਰਿਹਾ ਤਾਂ ਆਪਣਾ ਅਰਥ ਇੱਕ ਦਿਨ ਕੀ ਹੋਵੇਗਾ, ਪਲੈਨਟ ਵੁੱਡ ਬੀ ਵੇਸਟ ਲੈਂਡ, ਫਰੋਜ਼ਨ ਵੇਸਟ ਲੈਂਡ। ਕਹਿਣ ਦਾ ਮਤਲਬ ਹੈਗਾ ਜੇ ਐਵੇਂ ਚੱਲਦਾ ਰਿਹਾ, ਧਰਤੀ ਦੀ ਕਿਰਨਾਂ ਐਵੇਂ ਪੈਂਦੀਆਂ ਰਹੀਆਂ, ਹੁਣ ਤੁਸੀਂ ਵੇਖ ਰਹੇ ਹੋਗੇ ਜਿਵੇਂ ਇੱਥੇ ਸੁੱਕਾ ਪਿਆ ਹੈਗਾ, ਧਰਤੀ ਐਵੇਂ ਸੁੱਕ ਜਾਏਗੀ ਬਿਲਕੁਲ। ਜੇ ਕਿਰਨਾਂ ਇੰਨੀਆਂ, ਜੇ ਸੂਰਜ ਦੀ ਕਿਰਨਾਂ ਇੰਨੀਆਂ ਤੇਜ਼ੀ ਨਾਲ ਆਉਂਦੀ ਗਈਆਂ, ਧਰਤੀ ਐਵੇਂ ਸੁੱਕ ਜਾਏਗੀ ਅਤੇ ਆਪਾਂ ਇੱਥੇ ਨਹੀਂ ਰਹਿ ਪਾਵਾਂਗੇ, ਇਹ ਆਪਣੇ ਜੀਵਨ ਜੀਉਣ ਯੋਗ ਨਹੀਂ ਹੋਏਗਾ। ਓਕੇ ਸਟੂਡੈਂਟਸ, ਨੈਕਸਟ ਹੈਗਾ ਇਹ, over the past 300 years people started emitting large amount of greenhouse gases। greenhouse gases ਕਹਿਣ ਦਾ ਮਤਲਬ ਹੈਗਾ ਵੀ ਜਿੰਦੇ ਕਰਕੇ ਆਪਣੀ ਧਰਤੀ ਨੂੰ ਨੁਕਸਾਨ ਪਹੁੰਚ ਰਿਹਾ ਹੈਗਾ। ਪਿਛਲੇ 300 ਸਾਲਾਂ ਦੇ ਵਿੱਚ ਪੀਪਲ ਮਤਲਬ ਆਦਮੀ ਨੇ ਇੰਨੀ ਤਰੱਕੀ ਕਰ ਲਈ ਹੈ, ਤਰੱਕੀ ਤਾਂ ਹੋਈ ਗਈ ਹੈ, ਬਟ ਜਿਹੜੇ ਗ੍ਰੀਨ ਹਵਾ, ਜਿਹੜੀ ਓਜ਼ੋਨ ਲੇਅਰ ਹੈਗੀ ਜਿਹੜੀ ਆਪਣੀ, ਠੀਕ ਹੈ, ਉਹਨੂੰ ਜਿਹੜੀ ਫਾੜਨ ਦੀ ਪ੍ਰਕਿਰਿਆ ਹੈਗੀ ਆ, ਮਤਲਬ ਉਹਨੂੰ ਜਿਹੜੀਆਂ ਗੈਸਾਂ ਫਾੜਦੀਆਂ ਹੈਗੀਆਂ, ਉਹਨਾਂ ਗੈਸਾਂ ਨੂੰ ਵੀ ਇਹਨਾਂ ਇਨਸਾਨਾਂ ਨੇ ਹੀ ਪ੍ਰੋਡਿਊਸ ਕੀਤਾ ਹੈਗਾ ਅਤੇ ਪਿਛਲੇ 300 ਸਾਲਾਂ ਤੋਂ ਕੁਝ ਜ਼ਿਆਦਾ ਹੀ ਪ੍ਰੋਡਿਊਸ ਕਰ ਲਿਆ। ਇਸ ਕਰਕੇ ਉਹ ਅੱਜ ਕੱਲ੍ਹ ਹੋਰ ਵੀ ਫਟਦੀ ਜਾ ਰਹੀ ਹੈਗੀ ਹੈ। ਹੋਪਸ ਤੁਸੀਂ ਸਾਰਿਆਂ ਨੇ ਓਜ਼ੋਨ ਲੇਅਰ ਬਾਰੇ ਸੁਣਿਆ ਹੀ ਹੋਣਾ ਹੈਗਾ ਕਿ ਉਹ ਫਟਦੀ ਜਾ ਰਹੀ ਹੈਗੀ ਹੈ। ਹਾਲਾਂਕਿ ਸਾਇੰਟਿਸਟ ਨਵੀਂ ਓਜ਼ੋਨ ਲੇਅਰ ਬਣਾ ਰਹੇ ਹੈਗੇ, ਬਟ ਹਜੇ ਟਾਈਮ ਲੱਗੇਗਾ ਉਹਦੇ ਵਾਸਤੇ। more and more fossil fuels and being burned। ਕਹਿਣ ਦਾ ਮਤਲਬ ਹੈਗਾ ਅੱਗ ਜਲਾਈ ਜਾ ਰਹੀ ਹੈ। ਹੁਣ ਮੰਨ ਲਓ ਠੰਡ ਹੁੰਦੀ ਹੈਗੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਅੰਗੀਠੀ, ਕਿਉਂਕਿ ਅੰਗੀਠੀ ਬਾਲ ਕੇ ਬਹਿ ਜਾਂਦੀ ਹੈਗੀ ਹੈ, ਉਸ ਅੰਗੀਠੀ ਕਰਕੇ ਜਿਹੜੀ ਓਜ਼ੋਨ ਲੇਅਰ ਹੈਗੀ ਹੈ ਹੀਟ ਹੁੰਦੀ ਹੈਗੀ ਹੈ, ਓਜ਼ੋਨ ਲੇਅਰ ਉਹਦੇ ਕਰਕੇ ਹੀ ਫਟਦੀ ਜਾ ਰਹੀ ਹੈਗੀ ਹੈ। ਜਿਵੇਂ ਆਪਾਂ ਨੂੰ ਵੇਖਿਆ ਹੀ ਹੋਊਗਾ, ਆਪਾਂ ਜਿੰਨੇ ਵੱਡੇ ਸ਼ਹਿਰ 'ਚ ਜਾਂਦੇ ਹੈਗੇ ਨਾ, ਚਾਹੇ ਆਪਾਂ ਦਸੰਬਰ ਦੇ ਮਹੀਨੇ 'ਚ ਜਾਈਏ, ਤੁਸੀਂ ਉਹਦੇ ਮੰਨ ਲਓ ਤੁਸੀਂ ਦਿੱਲੀ ਚਲੇ ਗਏ ਦਸੰਬਰ ਦੇ ਮਹੀਨੇ 'ਚ, ਉੱਥੇ ਠੰਡ ਉਨੀ ਨਹੀਂ ਹੋਣੀਗੀ ਜਿੰਨਾ ਕਿ ਪੋਲਿਊਸ਼ਨ ਹੋਊਗਾ, ਕਿਉਂਕਿ ਲੋਕਾਂ ਨੇ ਅੰਗੀਠੀ ਬਾਲ ਕੇ ਇੰਨਾ ਪੋਲਿਊਟਡ ਕਰਤਾ ਉਹਨੂੰ ਪੂਰਾ ਵੀ ਹਾਂ ਠੰਡ ਹੈਗੀ ਹੈ। ਠੰਡ ਦੇ ਨਾਮ 'ਤੇ ਉੱਥੇ ਸਿਰਫ ਪੋਲਿਊਸ਼ਨ ਹੈਗਾ, ਹੋਰ ਕੁਝ ਵੀ ਨਹੀਂ ਹੈਗਾ। ਤੁਹਾਨੂੰ ਉੱਥੇ ਗਰਮੀ ਹੀ ਲੱਗੇਗੀ, ਠੰਡ ਲੱਗੇਗੀ ਨਹੀਂ, ਇੰਨਾ ਪੋਲਿਊਸ਼ਨ ਹੈਗਾ। ਕਿਉਂਕਿ ਪੋਲਿਊਸ਼ਨ ਆਪਣੇ ਤੱਕ ਠੰਡ ਨੂੰ ਪਹੁੰਚਣ ਹੀ ਨਹੀਂ ਦੇ ਰਿਹਾ ਹੈਗਾ। ਜਿਹੜਾ ਉੱਥੇ ਦਾ ਹਵਾ ਪ੍ਰਦੂਸ਼ਣ ਹੈਗਾ, ਉੱਥੋਂ ਦੀ ਜਿਹੜੀਆਂ ਆਪਾਂ ਅੱਗ ਜਲਾਉਂਦੇ ਹੈਗਾ, ਉਹ ਧੂੰਆਂ ਉੱਠਦਾ ਹੈਗਾ, ਉਹ ਧੂੰਆਂ ਆਪਣੇ ਤੱਕ ਠੰਡ ਨੂੰ ਪਹੁੰਚਣ ਹੀ ਨਹੀਂ ਦਿੰਦਾ ਗਾ, ਠੀਕ ਹੈ ਜੀ। ਨੈਕਸਟ ਹੈਗਾ ਟੂ ਰਨ ਆਵਰ ਕਾਰਸ। ਕਾਰਾਂ ਵਿੱਚੋਂ ਨਿਕਲਦਾ ਧੂੰਆਂ, ਤੁਸੀਂ ਐਂ ਸਮਝ ਲਓ ਵੀ ਗਲੋਬਲ ਵਾਰਮਿੰਗ ਜਿਹੜਾ ਹੈਗਾ ਏਅਰ ਪੋਲਿਊਸ਼ਨ ਨਾਲ ਰਿਲੇਟਡ ਹੀ ਹੈਗਾ। ਹੁਣ ਕਾਰਾਂ ਵਿੱਚ ਧੂੰਆਂ ਨਿਕਲਦਾ ਹੈਗਾ ਹੈ, ਠੀਕ ਹੈ ਜੀ। ਕਈ ਕਾਰਾਂ ਹੁੰਦੀਆਂ CNG 'ਤੇ ਹੁੰਦੀਆਂ, CNG ਮਤਲਬ ਕੰਪਰੈਸ ਨੈਚੁਰਲ ਗੈਸ, LPG 'ਤੇ ਹੁੰਦੀਆਂ ਹੈਗੀਆਂ। LPG ਮਤਲਬ ਲਿਕੁਇਡ ਪੈਟਰੋਲੀਅਮ ਗੈਸ। ਉਹ ਤਾਂ ਫਿਰ ਜਿਹੜਾ ਹੈਗਾ ਪੋਲਿਊਸ਼ਨ ਨਹੀਂ ਕ੍ਰੀਏਟ ਕਰਦੀਆਂ ਹੈਗੀਆਂ, ਉਹ ਤਾਂ ਪੋਲਿਊਸ਼ਨ ਨਹੀਂ ਕਰਦੀਆਂ ਕਾਰਾਂ। ਬਟ ਜਿਹੜੀ ਕਾਰਾਂ ਪੈਟਰੋਲ ਨਾਲ ਚੱਲਦੀਆਂ, ਡੀਜ਼ਲ ਨਾਲ ਚੱਲਦੀਆਂ, ਉਹਨਾਂ ਨੂੰ ਪ੍ਰਦੂਸ਼ਣ ਕਾਫੀ ਹੁੰਦਾ ਹੈਗਾ, ਠੀਕ ਹੈ ਜੀ। ਅਤੇ ਜਿਸ ਕਰਕੇ ਉਹਨਾਂ ਕਰਕੇ ਵੀ ਗਰਮੀ ਵੱਧ ਰਹੀ ਹੈ। ਹੁਣ ਕਿੱਥੇ ਆਪਾਂ ਸਿਰਫ ਸੂਰਜ ਦੀ ਰੋਸ਼ਨੀ 'ਚ ਖੜ੍ਹੇ ਹਾਂ ਤਾਂ ਆਪਾਂ ਨੂੰ ਗਰਮੀ ਲੱਗਦੀ ਹੈ। ਹੁਣ ਮੰਨ ਲਓ ਆਪਾਂ ਟ੍ਰੈਫਿਕ 'ਚ ਖੜ੍ਹੇ ਹੈਗੇ, ਇੱਕ ਤਾਂ ਸੂਰਜ ਦੀ ਰੋਸ਼ਨੀ ਆਪਣੇ ਉੱਪਰ ਪੈਂਦੀ ਹੈਗੀ ਹੈ ਇੰਨੀ ਗਰਮ, ਉੱਤੋਂ ਦੀ ਸਾਹਮਣੇ ਧੂੰਆਂ ਵੀ ਪੈਂਦਾ ਹੈਗਾ, ਤਾਂ ਉਹਦੇ 'ਚ ਆਪਾਂ ਨੂੰ ਗਰਮੀ ਹੋਰ ਲੱਗੇਗੀ, ਕਿਉਂਕਿ ਉਹ ਗਰਮ ਧੂੰਆਂ ਵੀ ਆਪਣੇ ਉੱਪਰ ਪੈ ਰਿਹਾ ਅਤੇ ਗਰਮ ਕਿਰਨਾਂ ਵੀ ਆਪਣੇ ਉੱਪਰ ਹੀ ਪੈ ਰਹੀ ਹੈ। ਓਕੇ ਸਟੂਡੈਂਟਸ, ਹਾਂਜੀ। ਨੈਕਸਟ ਹੈਗਾ ਟਰੱਕਸ। ਅੱਜ ਕੱਲ੍ਹ ਕਾਫੀ ਤਰ੍ਹਾਂ ਦੇ ਟਰੱਕਸ ਵੀ ਚੱਲਣ ਲੱਗ ਪਏ ਗਏ ਹੈ, ਉਹਨਾਂ ਵਿੱਚੋਂ ਕਾਫੀ ਸਾਰਾ ਧੂੰਆਂ ਨਿਕਲਣ ਲੱਗ ਗਿਆ। ਪਹਿਲਾਂ ਤਾਂ ਜਿਵੇਂ ਹੁੰਦਾ ਸੀਗਾ ਸਿਰਫ 8 ਟਾਇਰਾਂ ਵਾਲਾ ਟਰੱਕ ਚੱਲਦਾ ਸੀਗਾ, ਬਟ ਅੱਜ ਕੱਲ੍ਹ ਤਾਂ 36 ਟਾਇਰਾਂ ਵਾਲਾ, 50 ਟਾਇਰਾਂ ਵਾਲਾ, ਮੇ ਵੀ 136 ਟਾਇਰ ਵੀ, 125 ਟਾਇਰਾਂ ਵਾਲਾ ਟਰੱਕ ਵੀ ਹੈਗਾ, ਜੋ ਕਿ ਕਾਫੀ ਪੋਲਿਊਸ਼ਨ ਕ੍ਰੀਏਟ ਕਰਦਾ ਹੈਗਾ, ਠੀਕ ਹੈ ਜੀ। ਜ਼ਿਆਦਾ ਕੋ ਟੋਪਿਕ ਨੂੰ ਨਾ ਖਿੱਚਦਾ ਹੋਇਆ ਇੱਥੇ ਕਲੋਜ਼ ਕਰਾਂਗੇ। ਲਾਸਟ ਹੈਗਾ ਬਸ ਪਲੇਨਸ। ਜੇ ਤੁਸੀਂ ਹੁਣ ਸੋਚਦੇ ਹੋ ਵੀ ਹਾਂ ਪਲੇਨ ਜਿਹੜਾ ਹੈਗਾ ਪੋਲਿਊਸ਼ਨ ਨਹੀਂ ਕ੍ਰੀਏਟ ਕਰਦਾ, ਤਾਂ ਗਲਤ ਹੈਗਾ। ਮੈਂ ਤਾਂ ਕਹਾਂਗਾ ਪਲੇਨ ਕਾਫੀ ਹੱਦ ਤੱਕ ਪੋਲਿਊਸ਼ਨ ਕ੍ਰੀਏਟ ਕਰਦਾ ਹੈ। ਪਲੇਨ ਦਾ ਪੈਟਰੋਲ ਪਤਾ ਕਿੱਥੇ ਪੈਂਦਾ ਸਟੂਡੈਂਟਸ? ਜਿਹੜਾ ਤੇਲ ਹੈਗਾ,
ਇੱਥੇ ਪੈਂਦਾ ਹੈਗਾ ਇਹਨਾਂ ਵਿੰਗਸ ਦੇ ਵਿੱਚ। ਇੱਕ ਇੱਥੇ ਪੈਂਦਾ, ਇੱਕ ਇੱਥੇ, ਅਤੇ ਪਿੱਛੇ ਵੀ ਪੈਂਦਾ ਹੈਗਾ। ਜਿਹੜੀ ਤੁਹਾਨੂੰ ਉੱਪਰ ਟੇਲ ਨਜ਼ਰ ਆ ਰਹੀ ਨਾ, ਉੱਪਰ ਆਹ ਪੂੰਛ ਜੀ, ਇਹਦੇ ਵਿੱਚ ਵੀ ਤੇਲ ਹੁੰਦਾ ਹੈਗਾ ਹੈ, ਜਿਸ ਕਰਕੇ ਜਿਹੜਾ ਪਲੇਨ ਹੈਗਾ ਏ, ਇੱਕ ਹਵਾਈ ਜਹਾਜ਼ ਹੈਗਾ, ਉਹ ਚੱਲਦਾ ਹੈਗਾ ਏ। ਵੇਖੋ ਕਿੱਥੇ ਕਿੱਥੇ ਪੈਟਰੋਲ ਪਿਆ ਗਿਆ, ਤੇਲ ਪਿਆ ਹੋਇਆ ਹੈਗਾ। ਇੱਕ ਆਹ ਵਿੰਗ 'ਚ, ਆ ਦੂਜਾ ਆਹ ਵਿੰਗ, ਤੀਜੀ ਆ ਪਿੱਛੇ, ਚੌਥੀ ਆਹ, ਅਤੇ ਪੰਜਵੀਂ ਆਹ ਉੱਪਰ ਇਹਦੀ ਟੇਲ, ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਪੂੰਛ ਕਹਿੰਦੇ ਹੈਗੇ। ਠੀਕ ਹੈ ਜੀ, ਇਹ ਵੀ ਕਾਫੀ ਪੋਲਿਊਸ਼ਨ ਕ੍ਰੀਏਟ ਕਰਦੇ ਹੈਗੇ ਆ। ਕਨਕਲੂਜਨ ਮਤਲਬ ਹੁੰਦਾ ਸਟੂਡੈਂਟਸ ਸਿੱਟਾ, ਵੀ ਇਹਨਾਂ ਸਿੱਟਾ ਕਿ ਨਿਕਲ ਰਿਹਾ। ਹਾਂਜੀ, ਫਸਟ ਹੈਗਾ ਇਹ cutting down forest and burning fossil fuels create more CO2 in the air। ਮਤਲਬ ਕਿ ਕਟਿੰਗ ਕੀ ਹੁੰਦਾ ਹੈ, ਕੱਟਣਾ, ਕਟਿੰਗ ਡਾਊਨ ਫੋਰੈਸਟ, ਆਪਾਂ ਜੰਗਲ ਕੱਟ ਰਹੇ ਹੈਗੇ ਆ, ਐਂਡ ਬਰਨਿੰਗ ਫੋਸਿਲ ਫਿਊਲਸ, ਜਿਹੜੇ ਬਾਲਣ ਦੇ ਸੋਮੇ ਹੈਗੇ ਉਹਨਾਂ ਨੂੰ ਜਲਾ ਰਹੇ ਹੈਗੇ ਆ। ਠੀਕ ਹੈ, ਜਿਸ ਕਰਕੇ CO2 ਮਤਲਬ ਕਾਰਬਨ ਡਾਈਆਕਸਾਈਡ ਹਵਾ ਵਿੱਚ, ਏਅਰ ਦਾ ਮਤਲਬ ਕੀ ਹੁੰਦਾ ਹਵਾ, ਹਵਾ ਦੇ ਵਿੱਚ ਵੱਧ ਰਹੀ ਹੈਗੀ। ਠੀਕ ਹੈ ਜੀ, ਨੈਕਸਟ ਹੈਗਾ when there are more greenhouse gases, more heat is radiated towards Earth's surface, this produce global warming। ਕਹਿਣ ਦਾ ਮਤਲਬ ਹੈਗਾ ਹੈ, ਜਦੋਂ ਇੱਥੇ ਕਾਫੀ ਤਰ੍ਹਾਂ ਦੇ ਗ੍ਰੀਨ ਹਾਊਸ ਗੈਸਿਸ ਜਿਹੜੀਆਂ ਹੈਗੀਆਂ, ਜਦੋਂ ਐਨਵਾਇਰਨਮੈਂਟ ਦੇ ਵਿੱਚ ਕਾਫੀ ਤਰ੍ਹਾਂ ਦੇ ਗ੍ਰੀਨ ਹਾਊਸ ਗੈਸਿਸ ਹੁੰਦੀਆਂ ਹੈਗੀਆਂ, ਗ੍ਰੀਨ ਹਾਊਸ ਗੈਸਿਸ ਪਿੱਛੇ ਮੈਂ ਤੁਹਾਨੂੰ ਪਿੱਛੇ ਦੱਸ ਚੁੱਕਿਆ, ਤੁਸੀਂ ਦੁਬਾਰਾ ਪਿੱਛੇ ਜਾ ਕੇ ਇੱਕ ਵਾਰੀ ਵੇਖ ਸਕਦੇ ਹੈਗੇ ਹੋ ਕਿ ਕਿਵੇਂ ਸਮਝਾਇਆ ਸੀਗਾ। ਠੀਕ ਹੈ ਜੀ, ਮੋਰ ਹੀਟ, ਜ਼ਿਆਦਾ ਗਰਮੀ ਹੁੰਦੀ ਹੈਗੀ ਹੈ, ਇਜ਼ ਰੇਡੀਏਟਿਡ ਟੂਵਰਡ ਅਰਥਸ ਸਰਫੇਸ, ਜਦੋਂ ਇਹ ਸਾਰਾ ਕੁਛ ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈਗਾ ਏ, ਦਿਸ ਪ੍ਰੋਡਿਊਸ ਗਲੋਬਲ ਵਾਰਮਿੰਗ, ਇਹਦੇ ਕਰਕੇ ਜਿਹੜੀ ਗਲੋਬਲ ਵਾਰਮਿੰਗ ਹੈਗੀ ਹੈ ਉਹ ਪੈਦਾ ਹੁੰਦੀ ਹੈਗੀ ਹੈ। ਠੀਕ ਹੈ ਜੀ, ਨੈਕਸਟ ਆ ਜਾਓ, ਈਵਨ ਗਲੋਬਲ ਟੈਂਪਰੇਚਰ ਚੇਂਜਿਸ ਆਫ ਲੈਸ ਦੈਨ 1 degree ਕੈਨ ਕੋਜ਼ ਪ੍ਰੋਬਲਮ ਲਾਈਕ sea level rise and changes in rainfall। ਕਹਿਣ ਦਾ ਮਤਲਬ ਹੈਗਾ ਜੇ ਗਲੋਬਲ ਟੈਂਪਰੇਚਰ ਜਿਹੜਾ ਹੈਗਾ ਏ ਉਹ 1 ਡਿਗਰੀ ਵੀ ਘਟਦਾ ਏ, ਉਹ ਵੀ ਇੱਕ ਸਮੱਸਿਆ ਹੈਗੀ ਹੈ। ਇਹਦੇ ਕਰਕੇ ਕੀ ਹੁੰਦਾ ਹੈਗਾ, ਲਾਈਕ sea level rise, ਮਤਲਬ ਜਿਹੜੀਆਂ ਇੰਟਰਨੈਸ਼ਨਲ ਲੇਅਰ ਆਪਣੀ ਲਹਿਰਾਂ ਹੈਗੀਆਂ, ਕਹਿਣ ਦਾ ਮਤਲਬ ਹੈ ਜਿਵੇਂ ਵੱਡੇ ਮਹਾਸਾਗਰ ਹੁੰਦੇ ਆ, ਉਹਨਾਂ ਦਾ ਲੈਵਲ ਜਿਹੜਾ ਹੈਗਾ ਵੱਧ ਜਾਂਦਾ ਹੈਗਾ, ਜਿਸ ਕਰਕੇ ਬਾੜ ਵੀ ਆ ਸਕਦੀ ਹੈਗੀ ਹੈ। ਠੀਕ ਹੈ ਜੀ, ਹਾਂਜੀ, ਨੈਕਸਟ ਲਾਸਟ ਹੈਗਾ ਹੈ ਫਾਈਂਡ ਸੋਲਿਊਸ਼ਨ ਸੱਚ ਐਜ਼ reduce population, reduce air pollution and stop desertification। ਕਹਿਣ ਦਾ ਮਤਲਬ ਹੈਗਾ ਵੀ ਆਪਾਂ ਨੂੰ ਇਹਦੇ ਬਾਰੇ ਕੋਈ ਹੱਲ ਲੱਭਣਾ ਚਾਹੀਦਾ। ਕਿਹਦੇ ਬਾਰੇ? ਰਿਡਿਊਸ ਪੋਪੂਲੇਸ਼ਨ, ਆਪਣੀ ਜਿਹੜੀ ਜਨਸੰਖਿਆ ਹੈਗੀ ਹੈ ਉਹ ਘੱਟ ਹੋਵੇ। ਹੁਣ ਤੁਸੀਂ ਸੋਚੋਗੇ ਵੀ ਜਨਸੰਖਿਆ ਘਟਣ ਦਾ ਕੀ ਹੱਲ ਹੈਗਾ। ਮੰਨ ਲਓ ਤੁਹਾਡੇ ਘਰ 'ਚ ਇੱਕ ਫੈਮਿਲੀ ਮੈਂਬਰ ਹੈਗਾ, ਮੰਨ ਲਓ ਤੁਹਾਡੇ ਪੂਰੀ ਫੈਮਿਲੀ ਚਲੋ 4 ਮੈਂਬਰ ਹੈਗੇ, ਠੀਕ ਹੈ ਜੀ। ਤੁਹਾਡੇ ਘਰ 'ਚ 2 ਕਾਰਾਂ ਹੈਗੀਆਂ, ਠੀਕ ਹੈ। ਅੱਗੇ ਤੁਸੀਂ ਹੁਣ ਵਿਆਹ ਕੀਤਾ, ਠੀਕ ਹੈ, ਤੁਹਾਡੇ ਅੱਗੇ ਬੱਚੇ ਹੋਏ, ਉਹ ਵੀ ਅੱਗੇ ਕਾਰਾਂ ਲੈਣਗੇ, ਠੀਕ ਹੈ ਜੀ। ਅੱਗੇ ਉਹਨਾਂ ਦੇ ਬੱਚੇ ਉਵੇਂ ਕਾਰਾਂ ਲੈਣਗੇ। ਕਹਿਣ ਦਾ ਮਤਲਬ ਹੈ ਕਿ ਹੁਣ ਮੰਨ ਲਓ ਤੁਸੀਂ ਤੁਹਾਡੇ 5 ਜਵਾਕ ਹੁੰਦੇ ਆ ਤਾਂ 5 ਅਲੱਗ-ਅਲੱਗ ਕਾਰਾਂ ਲੈਣਗੇ। 에ਅਰ ਪੋਲਿਊਸ਼ਨ ਉਹਦੇ ਨਾਲ ਹਵਾ ਪ੍ਰਦੂਸ਼ਣ ਵਧਿਆ, ਠੀਕ ਹੈ ਜੀ। ਮੰਨ ਲਓ ਆਪਾਂ ਜਿਹੜੀ ਪੋਪੂਲੇਸ਼ਨ ਹੈਗੀ ਹੈ ਉਹ ਰਿਡਿਊਸ ਕਰਤੀ, 5 ਦੀ ਜਗ੍ਹਾ ਆਪਣੇ ਮੰਨ ਲਓ 2 ਹੀ ਜਵਾਕ ਹੋਏ, ਠੀਕ ਹੈ ਜੀ, ਤਾਂ 2 ਕਾਰਾਂ ਲੈਣਗੇ, ਜਿਸ ਕਰਕੇ 에ਅਰ ਪੋਲਿਊਸ਼ਨ ਵੀ ਘੱਟ ਹੋਵੇਗਾ, ਠੀਕ ਹੈ ਜੀ। ਅਨਾਜ ਵੀ ਬਚੇਗਾ, ਕਿਉਂਕਿ ਅੱਜ ਕੱਲ੍ਹ ਅਨਾਜ ਵੀ ਘੱਟਦਾ ਹੀ ਜਾ ਰਿਹਾ ਨਾ, ਠੀਕ ਹੈ ਜੀ। ਇਸ ਕਰਕੇ ਲਿਖਿਆ ਹੋਇਆ ਹੈ ਇੱਥੇ ਰਿਡਿਊਸ ਪੋਪੂਲੇਸ਼ਨ, ਮਤਲਬ ਜਨਸੰਖਿਆ ਨੂੰ ਘੱਟ ਕੀਤਾ ਜਾਵੇ। ਰਿਡਿਊਸ 에ਅਰ ਪੋਲਿਊਸ਼ਨ, ਹਵਾ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾਵੇ। ਇਹਦਾ ਜੀ ਸਿੰਪਲ ਜਿਹੀ ਗੱਲ ਹੀ ਹੈਗੀ, ਉੱਪਰ ਆਪਾਂ ਕਾਫੀ ਕਰ ਚੁੱਕੇ ਵੀ ਹਾਂ, ਹਵਾ ਪ੍ਰਦੂਸ਼ਣ ਨਾਲ ਗਲੋਬਲ ਵਾਰਮਿੰਗ ਜਿਹੜੀ ਹੈਗੀ ਆ ਉਹ ਜ਼ਿਆਦਾ ਵੱਧ ਰਹੀ ਹੈਗੀ ਹੈ ਅਤੇ ਓਜ਼ੋਨ ਲੇਅਰ ਜਿਹੜੀ ਹੈਗੀ ਆ ਉਹ ਫਟਦੀ ਜਾ ਰਹੀ ਹੈਗੀ ਹੈ। ਠੀਕ ਹੈ ਸਟੂਡੈਂਟਸ, ਹੋਪ ਸੋ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਵੇਗਾ। ਤੁਸੀਂ ਸਾਰਿਆਂ ਨੇ ਧਿਆਨ ਨਾਲ ਸਾਰੀ ਵੀਡੀਓ ਵੇਖੀ ਹੋਵੇਗੀ, ਸਮਝੀ ਹੋਵੇਗੀ। ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ ਤਾਂ ਮੈਂ ਆਪਣਾ ਨੰਬਰ ਤਾਂ ਨਹੀਂ ਦੇ ਸਕਦਾ ਗਾ, ਬਟ ਹੋਪ ਸੋ ਤੁਹਾਨੂੰ ਮੇਲ ਕਰਨੀ ਆਉਂਦੀ ਹੋਏਗੀ, ਠੀਕ ਹੈ ਜੀ। ਤਾਂ ਮੇਰਾ ਈਮੇਲ ਐਡਰੈਸ ਹੈਗਾ ਪ੍ਰਿਯੰਕ ਗੋਇਲ, ਬਿਨਾਂ ਸਪੇਸ ਤੋਂ ਪ੍ਰਿਯੰਕ ਗੋਇਲ, DA ਵੀ ਲਿਖ ਦੇਣਾ, ਪ੍ਰਿਯੰਕ ਮਤਲਬ ਸਾਹਮਣੇ ਨੇਮ ਲਿਖਿਆ ਹੋਇਆ ਪ੍ਰਿਯੰਕ ਗੋਇਲ, ਤੁਸੀਂ ਐਜ਼ ਇਟ ਇਜ਼ ਐਵੇਂ ਦਾ ਐਵੇਂ ਲਿਖ ਦਿਓ,
ਉਸ ਤੋਂ ਬਾਅਦ DAV, ਠੀਕ ਹੈ ਜੀ, ਪ੍ਰਿਯੰਕ ਗੋਇਲ DAV@gmail.com। ਕੋਈ ਵੀ ਪ੍ਰੋਬਲਮ ਹੋਵੇ ਤਾਂ ਮੈਨੂੰ ਭੇਜ ਸਕਦੇ ਹੋ, ਮੈਂ ਤੁਹਾਨੂੰ ਜ਼ਰੂਰ ਰਿਪਲਾਈ ਕਰੂੰਗਾ। ਓਕੇ ਸਟੂਡੈਂਟਸ, ਥੈਂਕ ਯੂ ਵੈਰੀ ਮਚ।